ਵਾਹਿਗੁਰੂ 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 ਵਾਹਿਗੁਰੂ। ਧੰਨ ਵਾਹਿਗੁਰੂ ਸਾਹਿਬ ਜੀਓ। ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ। ਨਾਨਕ ਇਹ ਵਿਦ ਹਰ ਭਜੋ, ਇਕ ਮਨ ਹੋਏ ਇਕ ਚਿਤ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰਹਿ ਗੁਮਾਨ। ਨਾਨਕ ਨਿਹਫਲ ਜਾਤ ਤਿਹ, ਜਿਉ ਕੁੰਚਰ ਇਸ਼ਨਾਨ। ਨਾਨਕ ਨਿਹਫਲ ਜਾਤ ਤਿਹ, ਜਿਉ ਕੁੰਚਰ ਇਸ਼ਨਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਸਦਕਾ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਹੇ ਗੁਰੂ ਸਵਾਰੇ ਜਨੋ, ਸਤਿਗੁਰੂ ਪਾਤਸ਼ਾਹ ਜੀ ਨੇ ਮਹਾਨ ਮਿਹਰ ਬਖਸ਼ਿਸ਼ ਕਿਰਪਾ ਕੀਤੀ ਹੈ। ਤਿਨਾਂ ਦੀ ਮਿਹਰ ਸਦਕਾ ਹਰ ਰੋਜ਼ ਦੀ ਤਰ੍ਹਾਂ ਅਸੀਂ ਰਲ ਮਿਲ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੀ ਉਚਾਰੇ ਹੋਏ ਸ਼ਲੋਕਾਂ ਦੀ ਵਿਚਾਰ ਜੋ ਲੜੀਵਾਰ ਆਪਾਂ ਕਰ ਰਹੇ ਹਾਂ। ਗੁਰੂ ਪਾਤਸ਼ਾਹ ਨੇ ਮਿਹਰ ਕੀਤੀ ਹੈ। ਅੱਜ 45 ਅਤੇ 46 ਨੰਬਰ ਸ਼ਲੋਕ ਜਿਹੜਾ ਹੈ ਅਸੀਂ ਸਰਵਣ ਕੀਤਾ। ਅੱਜ ਦੇ ਇਹਨਾਂ ਸ਼ਲੋਕਾਂ ਦਾ ਸੰਖੇਪ ਜਿਹੜਾ ਭਾਵ ਇਸ ਪ੍ਰਕਾਰ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ 45 ਨੰਬਰ ਸ਼ਲੋਕ ਦੇ ਵਿੱਚ ਜੋ ਆਪਾਂ ਪਿਛੇ 44 ਨੰਬਰ ਸ਼ਲੋਕ ਪੜ੍ਹਿਆ ਸੀ, ਇਹ ਦੋਵੇਂ ਸ਼ਲੋਕ ਆਪਸ ਵਿੱਚ ਬੜੇ ਤਾਲਮੇਲ ਰੱਖਦੇ ਹੈ, ਆਪਸ ਵਿੱਚ ਬੜਾ ਇਹ ਕਹਿ ਲਈਏ ਮਿਲਵਰਤਨ ਰੱਖਦੇ ਹੈ। 44 ਨੰਬਰ ਸ਼ਲੋਕ ਦੇ ਵਿੱਚ ਵੀ ਕੁੱਤੇ ਦੀ ਉਦਾਹਰਨ ਦੇ ਕੇ ਪਾਤਸ਼ਾਹ ਨੇ ਕਿਹਾ ਸੀ ਕਿ ਐ ਮਨੁੱਖ, ਜੇ ਤੂੰ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ, ਜੇ ਤੂੰ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ, ਤੇ ਗੁਰੂ ਤੇਗ ਬਹਾਦਰ ਸਾਹਿਬ ਬਖਸ਼ਿਸ਼ ਕਰਕੇ ਆਖਦੇ ਨੇ ਤੇਰੇ ਤੇ ਸੂਰ ਕੁੱਕਰ ਦੇ ਤਣ ਵਿੱਚ ਕੋਈ ਫਰਕ ਨਹੀਂ ਹੈ। ਆਪਾਂ ਪਿੱਛੇ ਸ਼ਲੋਕ ਪੜ੍ਹਿਆ ਸੀ, ਮਹਾਰਾਜ ਕਹਿੰਦੇ ਆ ਏਕ ਭਗਤ ਭਗਵਾਨ, ਜਿਹ ਪ੍ਰਾਨੀ ਕੈ ਨਾਹਿ ਮਨ, ਜੈਸੇ ਸੂਕਰ ਸਵਾਨ, ਨਾਨਕ ਮਾਨੋ ਤਾਹੇ ਤਨ। ਇਹ 44 ਨੰਬਰ ਸ਼ਲੋਕ ਹੈ। ਇਹ 'ਚ ਪਾਤਸ਼ਾਹ ਨੇ ਕਿਹਾ ਜੇ ਤੇਰੇ ਅੰਦਰ ਇੱਕ ਪਰਮਾਤਮਾ ਦੀ ਭਗਤੀ ਨਹੀਂ, ਜੇ ਤੂੰ ਇੱਕ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਪਿਆ, ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਬਖਸ਼ਿਸ਼ ਕਰਕੇ ਆਖਦੇ ਨੇ ਐ ਮਨੁੱਖ, ਤੇਰੇ ਤਨ ਅਤੇ ਇੱਕ ਸੂਕਰ ਅਤੇ ਕੁੱਕਰ ਦੇ ਸੂਰ ਅਤੇ ਕੁੱਕਰ ਦੇ ਤਨ ਵਿੱਚ ਕੋਈ ਫਰਕ ਨਹੀਂ ਹੈ। ਪਰ ਅੱਜ ਮਹਾਰਾਜ ਇੱਕ ਹੋਰ ਬਖਸ਼ਿਸ਼ ਕਰਦੇ ਹੈ। ਮਹਾਰਾਜ ਕਹਿੰਦੇ ਜੇ ਤੂੰ ਪਰਮਾਤਮਾ ਦੀ ਇਬਾਦਤ ਨਹੀਂ ਕਰਦਾ, ਫਿਰ ਗੱਲ ਚੇਤੇ ਰੱਖੀ, ਤੇਰੇ ਨਾਲੋਂ ਕੁੱਕਰ ਚੰਗਾ ਹੈ। ਬੰਦੇ ਤੇਰੀ ਕਰਤੂਤ ਤੇ ਫਿਰ ਮਨੁੱਖਾਂ ਤੋਂ ਵੈਗਰੂ ਪਸ਼ੂਆਂ ਤੋਂ ਵੀ ਜਾ ਖਿਰੀ, ਇਹ ਕੁੱਕਰ ਤੋਂ ਵੀ ਹੇਠਾਂ ਹੋ ਗਿਆ। ਬੇਨਤੀ ਸੁਣਿਓ, ਮੇਰੇ ਸਮੇਤ ਆਪਾਂ ਸਾਰੇ ਇਸ ਵਿੱਚ ਸ਼ਾਮਲ ਹਾਂ। ਮਹਾਰਾਜ ਕਹਿੰਦੇ ਜੇ ਤੂੰ ਪਰਮਾਤਮਾ ਦੀ ਬੰਦਗੀ ਕਰੇ, ਜੇ ਤੂੰ ਪਰਮਾਤਮਾ ਦਾ ਸਿਮਰਨ ਕਰੇ, ਪਰ ਮਹਾਰਾਜ ਮੈਨੂੰ ਤਰੀਕਾ ਦੱਸੋ, ਮੈਂ ਕਿਹੜੇ ਤਰੀਕੇ ਨਾਲ ਪਰਮਾਤਮਾ ਦੀ ਇਬਾਦਤ ਕਰਾਂ, ਪਰਮਾਤਮਾ ਦੀ ਬੰਦਗੀ ਕਰਾਂ। ਗੁਰੂ ਤੇਗ ਬਹਾਦਰ ਸਾਹਿਬ ਬਖਸ਼ਿਸ਼ ਕਰਕੇ ਆਖਦੇ ਨੇ ਐ ਬੰਦੇ, ਜੇ ਤੂੰ ਪਰਮਾਤਮਾ ਨੂੰ ਭਜਨ, ਪਰਮਾਤਮਾ ਨੂੰ ਸਿਮਰਨਾ ਚਾਹੁੰਦਾ, ਉਹਨੂੰ ਚੇਤੇ ਕਰਨਾ ਚਾਹੁੰਦਾ, ਦੇਖ ਮੈਂ ਤੈਨੂੰ ਇੱਕ ਉਦਾਹਰਨ ਦੇਣਾ, ਕਿਸੇ ਕੁੱਕਰ ਤੋਂ ਸਿੱਖ ਲਈ ਕਿ ਪਰਮਾਤਮਾ ਦੀ ਇਬਾਦਤ ਕਿਵੇਂ ਕਰੀਦੀ ਹੈ। ਮਹਾਰਾਜ ਕੀ ਫਿਰ ਪਰਮਾਤਮਾ ਦੀ ਉਸਤਤ ਕਰਦਾ ਹੈ ਕੁੱਕਰ, ਕਿ ਮੈਂ ਉਹਨੂੰ ਵੇਖ ਕੇ ਕਰਾਂ? ਮਹਾਰਾਜ ਕਹਿੰਦੇ ਨਹੀਂ, ਇੱਕ ਆਮ ਕੁੱਕਰ ਕਿਸੇ ਨੇ ਪਾਲਿਆ ਹੋਵੇ, ਕੋਈ ਕੁੱਤਾ ਡੌਗ ਪਾਲਿਆ ਹੋਵੇ, ਚੇਤੇ ਰੱਖਿਓ ਸਵਾਮੀ ਦਾ ਘਰ ਜਿਵੇਂ ਆਪਣੇ ਮਾਲਕ ਦਾ ਘਰ, ਉਹ ਕੁੱਕਰ ਕਦੇ ਛੱਡ ਕੇ ਦੂਏ ਥਾਂ ਨਹੀਂ ਜਾਂਦਾ। ਬੰਦੇ ਤੂੰ ਵੀ ਆਪਣੇ ਅੰਦਰ ਇਹ ਨਿਹਚਾ ਪਾਲ ਲੈ,
परमात्मा की इबादत कर, परमात्मा की बंदगी कर। जिवें कुकर अपने मालक का घर छड्ड के थाएं थाएं नहीं जाता, तू भी अपने मालक का दर छड्ड के थां थां ना फिरिया कर। एक परमात्मा की बंदगी कर, ਉਹਨੂੰ अपना इष्ट मन, एक नूं ध्या, एक नूं चेते कर। ये करेगा तो होएगा ये। गुरु तेग बहादुर साहब कहते ने अंदर नूं सकून मिलेगा तो परमात्मा का मिलाप होएगा। ਉਹ ਆਪਾਂ शब्द पढ़िया, पातशाह कहते आ स्वामी को गृह ज्यों सदा। स्वामी का अर्थ है मालक, कौ का अर्थ है उसका, स्वामी को गृह, गृह का अर्थ है घर। स्वामी को गृह ज्यों सदा, सदा ही स्वान तजत नहीं नित। उत्थे शब्द कूकर वरत्या, इत्थे शब्द स्वान वरत्या। शब्द बड़े ये कह लो जी भावपूर्वक ने। उत्थे पातशाह ने सुकर शब्द वरत्या। हुण ये भी बंदिश बड़ी। उत्थे पातशाह जदों उदाहरण दे के कह रहा एक आम कूकर की गल, तो इत्थे पातशाह उदाहरण देंदे एक वफादार कूकर की गल। इत्थे पातशाह ने कुत्ता कूकर लफ्ज नहीं वरत्या, इत्थे पातशाह ने स्वान, स्वान शब्द ये कह लो जी किसी नूं भावना सहित पुकारन वाला। पातशाह महाराज कहते ने बंदे चेते रख, एक कूकर तो सिख, एक स्वान तो सिख कि किमें मालक दे घर जाके रहीदा है, किमें मालक की बंदगी करीदी, किमें एक नूं समर्पित रहीदा है। तू भी थावें थावें ना जाया कर। मैं अगली बेनती करा, पातशाह कहते स्वान तजत नहीं नित। अगे महाराज कहते नानक ਇਹ विद हर भजों, इवें जिमें तू परमात्मा का सिमन कर। गुरबाणी विच बड़ी वार पातशाह ने वारी तौर ते जानवरां दीआं उदाहरणां लैके ते समझाया इस मनुख नूं है। इत्थे किसी कुत्ते सूर की गल नहीं है, असल इत्थे गल है मनुख दी। वो विगड़िया नहीं, विगड़िया मनुख है। वो कदे एक कह लो कुकर किसी दे घर चोरी नहीं करता, जदों करेगा मनुख ही करेगा। पशु कदे बंदे नाल धोखा नहीं करेगा, जदों करेगा बंदा ही बंदे नाल धोखा करेगा। चेते रखियो कदे भी पशु दगेबाज नहीं होवेगा, जदों होवेगा ते बंदा ही होवेगा। पशु कदे बेईमान नहीं होएगा, जदों होएगा मनुख ही बेईमान होएगा। चेते रखियो एक पशु अपने खून का इथों तक कि अपने बच्चों नूं वो अपने जीव नाल ये कह लो साफ करता है, उहदा मल मूत्र भी खा जाता है। पर चेते रखियो बंदे विच ऐसा नहीं है। वो जिन्ना प्यार पशुओं का है इन्ना मनुख का नहीं। ताई महाराज कहते ने देख जिमें एक कुकर कदे अपने मालक का घर नहीं छड्डदा, जिमें एक स्वान अपने मालक का घर नहीं छड्डदा, बंदे तू भी इसे तरीके नाल परमात्मा की बंदगी कर। हाँ औख सौख आवे, कदे भी अपने मालक का घर ना छड्डिया कर। अगली मैं बेनती करा, नानक यह विद हर भजो, एक मन होए एक चित, एक मन एक चित ला के उस परमात्मा की बंदगी कर। यह संखेप भाव सी। अगे महाराज कहते तीरथ वर्त अर दान कर। 46 नंबर श्लोक विच पातशाह कहते ने भाई सज्जना तीरथ करके, वर्त करके ते दान करके। पातशाह कहते ने भाई कदे भी अपने मन अंदर हंकार ना लैके आ। देखो इत्थे पातशाह तीरथ नूं माड़ा नहीं कह रहे कि तीर्थां ते ना जाओ, ये शब्द नहीं वरत रहे। पर महाराज कहते जे तू जाना भी है तो जाके उस काम की जे तू कदर नहीं करता पिया, चित्ते रखी संभाल नहीं करता पिया, वो गया तो जिहो जिहा ना गया तेरा असफल रह गया। महाराज असफल किवें रह गया? पातशाह फिर एक पशु की उदाहरण देंदे आ। कहते जिमें हाथी इशनान करता है, इशनान करन तो बाद जदों वारे आउंदा है किते चिक्कड़ वेखदा सुंड भरदा ते अपने पिंडे ते पा लैंदा है। महाराज कहते वेख जिमें इस हाथी का नहाउणा, इशनान करना, तीर्थ वैगुरू शब्द वरत्या, अपने आप नूं मैल तो रहत करना एक पखंड बन के रह गया, क्योंकि वापस आया तो फिर वो मैल नाल भर गया। इत्थे महाराज कहते भाई सज्जनों गल चेते रखियो, तीर्थ बरत अरदान कर, मन में धरै गुमान, नानक नेफल जाते ज्यों कुंचर इशनान। जे तू अपने अंदर हंकार करदा पिया पातशाह कि बाहरी कर्म करके मेरे अंदर नूं समर्पता मिल जाएगी, कि बाहरी तीर्थ करके, बाहरी दान करके, बाहरी वर्त रख के मेरे अंदर नूं सकूनता मिल जाएगी। पातशाह जपजी साहिब की बाणी च उदाहरण देंदे आ।
ਆਪ ਗੁਰਮੁਖ ਸੱਜਣ ਰੋਜ਼ ਇਸ ਪਾਵਨ ਬਾਣੀ ਨੂੰ ਆਪਾਂ ਪੜ੍ਹਦੇ ਹਾਂ। ਅੰਮ੍ਰਿਤ ਵੇਲੇ ਮੈਂ ਸ਼ਬਦ ਵਰਤਦਾ ਹੁੰਨਾ, ਉਹ ਸਿੱਖ ਹੀ ਕਿਸ ਗੱਲ ਦਾ ਜਾਂ ਉਹ ਸਿੱਖ ਕਹਾਉਣ ਦੇ ਹੱਕਦਾਰ ਨਹੀਂ ਜੋ ਅੰਮ੍ਰਿਤ ਵੇਲੇ ਜਾ ਕੇ ਜਪਜੀ ਦਾ ਪਾਠ ਨਹੀਂ ਕਰਦਾ, ਨਿਤਨੇਮ ਨਹੀਂ ਕਰਦਾ। ਇਸ ਕਰਕੇ ਮੈਂ ਜ਼ਰੂਰ ਬੇਨਤੀ ਕਰਾਂ, ਪਾਤਸ਼ਾਹ ਨੇ ਕਿਹਾ ਇਹ ਕਰਮ ਵੀ ਕਰਦਾ ਪਿਆ, ਪਰ ਬਾਹਰੀ ਕਰਮ ਕਰਨੇ ਹੋਰ ਹੈ, ਅੰਦਰ ਮਨ ਟਿਕਾਉਣਾ ਗੱਲ ਹੋਰ ਹੈ। ਅਗਲੀ ਮੈਂ ਬੇਨਤੀ ਕਰਾਂ, ਪਾਤਸ਼ਾਹ ਜਪਜੀ ਸਾਹਿਬ ਦੀ ਬਾਣੀ 'ਚ ਪਹਿਲੀ ਪੌੜੀ ਉਦਾਹਰਨ ਦਿੰਦੇ ਆ। ਮਹਾਰਾਜ ਕਹਿੰਦੇ ਨੇ ਬਾਹਰੀ ਤੌਰ ਤੇ ਬੰਦਾ ਸੁਚਮਤਾ ਰੱਖਦਾ ਹੈ, ਬਾਹਰੀ ਤੌਰ ਤੇ ਬੰਦਾ ਸੁੱਚਾ ਰਹਿੰਦਾ ਹੈ, ਪਰ ਮਹਾਰਾਜ ਕਹਿੰਦੇ ਜੇ ਤੇਰਾ ਮਨ ਸਾਫ਼ ਨਹੀਂ, ਚੇਤੇ ਰੱਖੀ ਭਾਵੇਂ ਲੱਖਾਂ ਵਾਰ ਸੋਚ ਰੱਖ ਲੈ, ਭਾਵ ਉੱਥੇ ਵਰਤਿਆ ਸੋਚ ਰੱਖ ਲੈ, ਅੰਦਰੋਂ ਤੇਰੇ ਮੈਲ ਕੋਈ ਨਹੀਂ ਜਾਣੀ। ਬਾਹਰੀ ਤੀਰਥ ਜਾ, ਬਾਹਰੀ ਵਰਤ ਕਰ, ਬਾਹਰੀ ਦਾਨ ਕਰ, ਪਰ ਜੇ ਤੇਰੇ ਅੰਦਰ ਮਨ ਵਿੱਚ ਮੈਲ ਭਰੀ ਹਉਮੈ ਦੀ, ਪਾਤਸ਼ਾਹ ਕਹਿੰਦੇ ਆ ਚੇਤੇ ਰੱਖੀ ਬੰਦੇ ਕੀਤਾ ਹੋਇਆ ਸਭ ਕੁਝ ਤੇਰਾ ਵਿਅਰਥ ਹੈ। ਇੱਥੇ ਮਹਾਰਾਜ ਕਹਿੰਦੇ ਨੇ ਸੋਚੈ ਸੋਚ ਨਾ ਹੋਵਈ। ਕਹਿੰਦੇ ਨੇ ਸੋਚ ਦਾ ਅਰਥ ਹੈ ਪਵਿੱਤਰਤਾ। ਸ਼ਬਦ ਜਦੋਂ ਵਰਤਿਆ ਪਾਤਸ਼ਾਹ ਨੇ, ਸੋਚੈ ਸੋਚ ਨਾ ਹੋਵਈ, ਸੁਚਮਤਾ ਰੱਖਣ ਦੇ ਨਾਲ ਵੀ ਸੁਚਮਤਾ ਨਹੀਂ ਆਉਂਦੀ। ਜੇ ਸੋਚੀ ਲੱਖ ਵਾਰ, ਜੇ ਤੂੰ ਲੱਖਾਂ ਵਾਰ ਪਵਿੱਤਰਤਾ ਰੱਖੇ। ਇੱਥੇ ਫਿਰ ਪਾਤਸ਼ਾਹ ਕਹਿੰਦੇ ਨੇ ਦੂਸਰਾ ਸ਼ਬਦ, ਮਹਾਰਾਜ ਕਹਿੰਦੇ ਬਾਹਰੀ ਤੌਰ ਤੇ ਕੋਈ ਮੋਨੀ ਬਣ ਜਾਏ, ਤੇ ਪਾਤਸ਼ਾਹ ਕਹਿੰਦੇ ਨੇ ਬਾਹਰੀ ਤੌਰ ਤੇ ਮੌਨ ਧਾਰ ਲੈਣਾ ਗੱਲ ਹੋਰ ਹੈ, ਅੰਦਰ ਮਨ ਦਾ ਸ਼ਾਂਤ ਹੋ ਜਾਣਾ ਗੱਲ ਹੋ, ਜਿਹਨੂੰ ਸਹਿਜ ਅਵਸਥਾ ਕਿਹਾ। ਹਰ ਪਾਇਆ ਬਲਰਾਮ ਜੀਓ ਕਿਹਾ, ਮਨ ਸਹਿਜ ਭਇਆ ਬੜ ਭਾਗੀਆ ਬਲਰਾਮ ਜੀਓ ਕਿਹਾ। ਜਦੋਂ ਮਨ ਦੇ ਅੰਦਰ ਸਹਿਜ ਆ ਜਾਂਦਾ ਹੈ, ਫਿਰ ਚੇਤੇ ਰੱਖਿਓ ਮਹਾਰਾਜ ਕਹਿੰਦੇ ਉਦੋਂ ਬੰਦਾ ਅੰਦਰੋਂ ਚੁੱਪ ਕਰ ਜਾਂਦਾ ਹੈ। ਪਰ ਬਾਹਰੀ ਤੌਰ ਤੇ ਕੋਈ ਮੌਨ ਧਾਰ ਕੇ ਕਹੇ, ਆ ਬੜੇ ਦੁਨੀਆ ਦੇ ਮੋਨੀ ਜਿਹਨੂੰ ਅਸੀਂ ਬਾਹਰੀ ਤੌਰ ਤੇ ਵੇਖਨੇ ਆ, ਚਲੋ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਪਿਆ, ਪਰ ਇੱਕੋ ਗੱਲ ਚੇਤੇ ਰੱਖਿਓ, ਬਾਹਰੀ ਕਰਮ ਕਰਨੇ ਦੁਨੀਆ ਦਾ ਅਡੰਬਰ ਹੈ। ਜਿੰਨਾ ਚਿਰ ਬੰਦਾ ਅੰਦਰ ਨੂੰ ਸਾਫ਼ ਨਹੀਂ ਕਰਦਾ, ਜਿੰਨਾ ਚਿਰ ਅੰਦਰੋਂ ਮੈਲ ਤੋਂ ਰਹਿਤ ਨਹੀਂ ਹੁੰਦਾ ਪਿਆ, ਸੱਚ ਚੇਤੇ ਰੱਖਿਓ ਬਾਹਰੀ ਅਡੰਬਰ ਕਰਨੇ ਇੱਕ ਕੂੜ ਹੈ, ਬਾਹਰੀ ਅਡੰਬਰ ਕਰਨੇ ਇੱਕ ਭੁਲੇਖਾ ਹੈ। ਜਿਵੇਂ ਅਸੀਂ ਬਾਹਰੀ ਤੌਰ ਤੇ ਤਨ ਤੇ ਸੋਹਣੇ ਵਸਤਰ, ਚੰਗਾ ਮੈਂ ਚਲੋ ਸ਼ਬਦ ਵਰਤ ਲਈਏ, ਚਿੱਟੇ ਸਾਫ਼ ਕੱਪੜੇ ਪਾਏ ਹੋਣ, ਅੰਦਰ ਬੰਦੇ ਦੇ ਮੈਲ ਭਰੀ, ਪਾਤਸ਼ਾਹ ਕਹਿੰਦੇ ਨੇ ਬਾਹਰੀ ਤਨ ਤੇ ਚਿੱਟੇ ਕੱਪੜੇ ਪਾਇਆ ਤੇਰਾ ਮਨ ਸਾਫ਼ ਨਹੀਂ ਹੋਣਾ। ਫਿਰ ਬੇਨਤੀ ਬਾਹਰੀ ਕਰਮ ਕਰਨੇ ਗੱਲ ਹੋਰ ਹੈ, ਅੰਦਰੋਂ ਸੱਚਾ ਹੋ ਜਾਣਾ ਗੱਲ ਹੋਰ ਹੈ। ਤਾਂ ਹੀ ਪਾਤਸ਼ਾਹ ਨੇ ਇੱਕ ਸ਼ਬਦ ਵਰਤਿਆ ਸੀ ਨਾ, ਮਹਾਰਾਜ ਕਹਿੰਦੇ ਨੇ ਸੂਚੇ ਇਹ ਨਾ ਆਖੀਆਂ ਬਹਿਨ ਜੇ ਪਿੰਡਾ ਧੋਏ, ਪਰ ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਇਹ ਤੇ ਹੁਣ ਪਾਤਸ਼ਾਹ ਕਹਿੰਦੇ ਆ ਚੁੱਪੈ ਚੁੱਪ ਨਾ ਹੋਵਈ, ਬਾਹਰੀ ਤੌਰ ਤੇ ਮੌਨ ਰੱਖਿਆ ਅੰਦਰ ਚੁੱਪ ਨਹੀਂ ਹੋਣਾ, ਬਾਹਰੀ ਤੌਰ ਤੇ ਚੁੱਪ ਕੀਤੇ ਅੰਦਰ ਚੁੱਪ ਨਹੀਂ ਹੋਣਾ। ਚੁੱਪੈ ਚੁੱਪ ਨਾ ਹੋਵਈ। ਮਹਾਰਾਜ ਜੇ ਮੈਂ 2 4 10 ਦਿਨ 10 ਸਾਲਾਂ ਤੱਕ ਲਿਵ ਲਾਈ ਰੱਖਾਂ, ਪਾਤਸ਼ਾਹ ਕਹਿੰਦੇ ਭਾਵੇਂ ਸਾਰੀ ਉਮਰ ਲਿਵ ਲਾਈ ਰੱਖ, ਬਾਹਰੋਂ ਚੁੱਪ ਕਰਿਆ ਅੰਦਰੋਂ ਚੁੱਪ ਹੁੰਦਾ ਹੀ ਨਹੀਂ ਬੰਦਾ। ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾਂ ਲਿਵ ਤਾਰ। ਤੀਸਰੇ ਸ਼ਬਦ ਵਿੱਚ ਪਾਤਸ਼ਾਹ ਕਹਿੰਦੇ ਆ ਭੁੱਖਿਆਂ ਭੁੱਖ ਨਾ ਉਤਰੀ। ਮੈਂ ਪਹਿਲਾਂ ਕਿਹਾ ਅੰਦਰ ਚੀਜ਼ ਹੋਰ ਹੈ, ਬਾਹਰੋਂ ਚੀਜ਼ ਹੋਰ ਹੈ। ਤਾਂ ਇੱਕ ਬਾਣੀ ਨੇ ਸ਼ਬਦ ਕਿਹਾ ਸੀ, ਪਾਤਸ਼ਾਹ ਕਹਿੰਦੇ ਨੇ ਚੇਤੇ ਰੱਖਿਓ ਇੱਕ ਦੁਨੀਆ ਵਿੱਚ ਉਹ ਵੀ ਇਨਸਾਨ ਨੇ ਜੋ ਮੁੱਖੋਂ ਕੁਝ ਹੋਰ ਬੋਲਦੇ ਪਏ ਹੈ, ਅੰਦਰੋਂ ਕੁਝ ਹੋਰ ਕਮਾਉਂਦੇ ਪਏ ਹੈ। ਜਿਵੇਂ ਭਗਤ ਕਬੀਰ ਸਾਹਿਬ ਨੇ ਕਿਹਾ, ਕਬੀਰ ਪਾਤਸ਼ਾਹ ਜੀ ਸ਼ਬਦ ਵਰਤਦੇ ਨੇ, ਮਹਾਰਾਜ ਕਹਿੰਦੇ ਨੇ ਬਾਹਰੀ ਤੌਰ ਦੇ ਉੱਤੇ ਤੂੰ ਬਾੜ ਕੀਤੀ, ਬਾਹਰੀ ਤੌਰ ਦੇ ਉੱਤੇ ਤੂੰ ਕਰਮ ਕੀਤੇ, ਪਰ ਅੰਦਰੋਂ ਤੇਰਾ ਖੇਤ ਕਿਸੇ ਹੋਰ ਨੇ ਖਾ ਲਿਆ। ਰਾਸ ਬਿਰਾਨੀ ਰੱਖ ਤੇ ਖਾਇਆ ਘਰ ਕਾ ਖੇਤ ਵਾਲਾ ਸ਼ਬਦ ਵਰਤਿਆ। ਪਾਤਸ਼ਾਹ ਕਹਿੰਦੇ ਨੇ ਦੂਜੇ ਨੂੰ ਉਪਦੇਸ਼ ਦੇਣਾ, ਕਬੀਰ ਅਵਰੈ ਕੋ ਉਪਦੇਸ਼ ਤੇ ਮੁਖ ਮੈਂ ਪਰਹਿ ਰੇਤ, ਰਾਸ ਬਿਰਾਨੀ ਰੱਖ ਤੇ ਖਾਇਆ ਘਰ ਕਾ ਖੇਤ। ਮੈਂ ਤਾਂ ਉਦਾਹਰਨ ਲੈ ਲਈ ਕਿਉਂਕਿ ਬਾਹਰੀ ਕਰਮ ਕਰਨੇ ਗੱਲ ਉਹ ਮੂੰਹ ਨਾਲ ਕਥਾ ਕਰਨੀ ਬੜੀ ਸੌਖੀ ਹੈ, ਪਰ ਕਥਾ ਨੂੰ ਕਮਾਉਣਾ ਜ਼ਿੰਦਗੀਆਂ ਲੱਗ ਜਾਂਦੀਆਂ ਨੇ। ਬੜੇ ਵਿਦਵਾਨ ਸੱਜਣ ਮਿਲਦੇ ਹੈ, ਚੇਤੇ ਰੱਖਿਓ ਕਥਾ ਨੂੰ ਕਰਨਾ ਗੱਲ ਹੋਰ, ਕਥਾ ਕਰਨੀ ਗੱਲ ਹੋਰ ਹੈ, ਕਥਾ ਨੂੰ ਕਮਾਉਣਾ ਗੱਲ ਹੋਰ ਹੈ। ਕਮਾਉਣ ਮੈਂ ਸ਼ਬਦ ਵਰਤ ਲਵਾਂ, ਸੁਣਨ ਵਾਲੇ ਤੇ ਗੱਲ ਦੂਰ ਦੀ ਹੈ। ਕਈ ਵਾਰ ਜੋ ਬੰਦਾ ਬੋਲ ਰਿਹਾ ਹੁੰਦਾ ਉਹ ਕਮਾ ਨਹੀਂ ਰਿਹਾ ਹੁੰਦਾ। ਮੇਰੇ ਵਰਗੇ ਬਹੁਤ ਨੇ, ਬੋਲਣ ਨੂੰ ਬੰਦੇ ਦਾ ਐਕਸਪੀਰੀਅੰਸ 2 4 ਸਾਲ ਲੱਗਦੇ ਐ, ਬੋਲਣਾ ਬੰਦਾ ਬੜਾ ਸੋਹਣਾ ਸਿੱਖ ਜਾਂਦਾ, ਪਰ ਅੰਦਰ ਕਮਾਉਣਾ ਇਹ ਜੁਗ ਪਲਟ ਜਾਂਦੇ ਆ।
ਤੇ ਬੰਦਾ ਅੰਦਰੋਂ ਜਦੋਂ ਕਮਾਏ। ਖੈਰ ਇੱਥੇ ਪਾਤਸ਼ਾਹ ਕਹਿੰਦੇ ਨੇ ਭੁੱਖਿਆ ਭੁੱਖ ਨਾ ਉਤਰੀ। ਜਿਹੜਾ ਇਨਸਾਨ ਅੰਦਰੋਂ ਭੁੱਖਾ ਹੈ, ਜਿਵੇਂ ਕਿ ਸਿਆਣੇ ਸੱਜਣ ਕਹਿੰਦੇ ਹੁੰਦੇ ਆ, ਨੀਤ ਦਾ ਭੁੱਖਾ ਨਹੀਂ ਰੱਜਦਾ, ਪੇਟ ਦਾ ਭੁੱਖਾ ਬੰਦਾ ਰੱਜ ਜਾਂਦਾ ਹੈ। ਤੇ ਸੱਚਾਈ ਹੈ। ਇੱਥੇ ਪਾਤਸ਼ਾਹ ਕਹਿੰਦੇ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਮੈਂ ਚਲੋ ਸੰਖੇਪ ਕਹਿ ਲਾ, ਸਮਾਂ ਆਪਣਾ ਸਮਾਪਤ ਹੈ। ਪਾਤਸ਼ਾਹ ਕੇ ਸ਼ਬਦ ਵਰਤੇ ਨੇ, ਸਹਿ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ। ਕਿੰਨੀਆਂ ਸਿਆਣਪਾਂ ਹੋਣ, ਬੰਦੇ ਦੀ ਸਿਆਣਪ ਉਸ ਦਿਨ ਕੰਮ ਆਏਗੀ ਜਿਸ ਦਿਨ ਇਹ ਸਿਆਣਾ ਬਣ ਕੇ ਰੱਬ ਦੇ ਨਾਮ ਨੂੰ ਜਪੇਗਾ। ਅੱਗੇ ਫਿਰ ਮਹਾਰਾਜ ਸਾਨੂੰ ਦੱਸੋ ਕਿਵੇਂ ਸਚਿਆਰ ਹੋਈਏ ਕਿ ਬਾਰੀ ਕਰਮ ਕਰਕੇ। ਪਾਤਸ਼ਾਹ ਕਹਿੰਦੇ ਨੇ ਕਿਵ ਸਚਿਆਰਾ ਹੋਈਏ, ਕਿਵ ਕੂੜੈ ਟੁੱਟੈ ਭਾਲ। ਇੱਕੋ ਕੰਮ ਕਰ ਹੁਕਮ ਰਜ਼ਾਈ ਤਲਣਾ, ਨਾਨਕ ਲਿਖਿਆ ਨਾਲ। ਇਹ ਪਾਤਸ਼ਾਹ ਕਹਿੰਦੇ ਨੇ ਬਾਰੀ ਕਰਮ ਕਰਨ ਦੇ ਨਾਲ ਅੰਦਰੋਂ ਮਨ ਸਾਫ਼ ਨਹੀਂ ਹੁੰਦਾ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਇਹ ਮੈਂ ਕਹਿ ਲਵਾਂ ਨਿਹਫਲ ਚਲੇ ਜਾਂਦੇ ਆ ਜਦੋਂ ਮਨੁੱਖ ਪਰਮਾਤਮਾ ਦੀ ਇਬਾਦਤ ਨਹੀਂ ਕਰਦਾ। ਠੀਕ ਹੈ, ਬਾਹਰੀ ਰਸਮ ਰਿਵਾਜ ਸਾਨੂੰ ਕਰਨੇ ਪੈਂਦੇ ਹੈ। ਕਈ ਵਾਰ ਦੁਨੀਆ ਦਾ ਵਿਖਾਵਾ ਵੀ ਕਈ ਇਨਸਾਨਾਂ ਦੀ ਮਜਬੂਰੀ ਬਣ ਜਾਂਦੀ ਏ। ਪਰ ਚਿੱਤੇ ਰੱਖਿਓ, ਠੀਕ ਹੈ ਬਾਹਰੀ ਵਿਖਾਵਾ ਕਰ, ਠੀਕ ਹੈ ਬਾਹਰੀ ਤੌਰ 'ਤੇ ਡੰਬਰ ਵੀ ਕਰੀ ਚੱਲ, ਪਰ ਆਪਣੇ ਅੰਦਰ ਨੂੰ ਵੀ ਸੱਚਾ ਕਰੀ। ਕਦੇ ਬਹਿ ਕੇ ਪਰਮਾਤਮਾ ਨੂੰ ਜਪੀ, ਉਹਦੀ ਬੰਦਗੀ ਕਰੀ, ਤੇਰਾ ਭਲਾ ਹੋਵੇ। ਅੱਜ ਆਪਾਂ 45 ਤੇ 46 ਨੰਬਰ ਸ਼ਲੋਕ ਵਿਚਾਰੇ ਹੈ। ਗੁਰੂ ਪਾਤਸ਼ਾਹ ਮੈਂ ਉਸ ਦਿਨ ਤੋਂ ਕਹਿੰਦਾ ਆ ਰਿਹਾ, 15-20 ਮਿੰਟਾਂ ਦਾ ਸਮਾਂ ਬਹੁਤ ਘੱਟ ਹੈ। ਇਹਨਾਂ ਸ਼ਲੋਕਾਂ ਦੇ ਵਿਚਾਰ 2-2 3-3 ਘੰਟਿਆਂ ਤੱਕ ਹੋ ਸਕਦੀ ਹੈ। ਇਸ ਕਰਕੇ ਖਿਮਾ ਚਾਹਣਾ, ਮੈਂ ਬਹੁਤ ਸਾਰੇ ਅਰਥ ਆਪਣੇ ਕੋਲ ਰੱਖ ਜਾਂਦਾ, ਬਹੁਤ ਕੁਝ ਬੋਲ ਨਹੀਂ ਪਾਉਂਦਾ, ਸਮਾਂ ਸੀਮਤ। ਚਲੋ ਇਹ ਵੀਡੀਓ ਵੀ ਅੱਗੇ ਭੇਜਣੀ ਹੁੰਦੀ ਵੀਰ ਜੀ, ਫਿਰ YouTube ਤੇ ਪਾਉਣਾ। ਚਲੋ ਇਹ ਸਮਾਂ ਆਪ ਜੀ ਸਭ ਨੂੰ ਪਤਾ ਹੈ। ਇਹ ਸਭ ਕੁਝ ਮੈਂ ਸ਼ਬਦ ਵਰਤਦਾ ਹੁੰਦਾ, ਸਭ ਕੁਝ ਖਰਚਿਆਂ ਦਾ ਘਰ ਹੈ। ਇਹ ਜਿੰਨਾ ਲੰਮਾ ਹੋ ਜਾਏਗਾ ਉਨਾ ਵੱਧ ਖਰਚਾ ਹੋ। ਚਲੋ ਜਿੰਨਾ ਕੁ ਆਪਾਂ ਨੂੰ ਪਾਤਸ਼ਾਹ ਸੇਵਾ ਬਖਸ਼ਦੇ ਹੈ, ਇਹ ਸੇਵਾ ਦਾ ਸਦਕਾ ਆਪਾਂ ਰਲ ਮਿਲ ਕਰਕੇ ਕਰਨੇ ਆ। ਇੱਕ ਸਾਧਨ ਵੀ ਸਾਡੇ ਕੋਲ ਛੋਟਾ ਹੈ, ਜਿਹੋ ਜਿਹਾ ਸਾਧਨ ਹੈ ਉਹੋ ਜਿਹੇ ਸਾਧਨ ਨਾਲੇ ਚਲੋ ਗੁਰੂ ਪਾਤਸ਼ਾਹ ਮਿਹਰ ਕਰਨ, ਕਦੇ ਗੁਰੂ ਕਿਰਪਾ ਸਦਕਾ ਸਭ ਕੁਝ ਮਿਲੇਗਾ। ਉਸ ਦਿਨ ਆਪ ਜੀ ਦੀ ਹਜ਼ੂਰੀ ਵਿੱਚ ਬਹਿ ਕੇ ਆਪਾਂ ਗੁਰਮਤਿ ਵਿਚਾਰਾਂ ਕਰਾਂਗੇ। ਧੰਨਵਾਦ ਸਭ ਸੰਗਤਾਂ ਦਾ। ਸ਼ੇਰੇ ਪੰਜਾਬ ਗੁਰਬਾਣੀ ਚੈਨਲ ਵਾਲੇ ਵੀਰ ਕੁਲਦੀਪ ਸਿੰਘ, ਤਿਨਾਂ ਦਾ ਧੰਨਵਾਦ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਇਸ 'ਤੇ ਗੁਰਬਾਣੀ ਸ਼ਬਦ ਕੀਰਤਨ ਅਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਅਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।